ਅੱਗੇ ਵਧਾਂਗੇ ਤੁਹਾਨੂੰ ਗੱਲ ਹੋਵੇਗੀ ਨੀਟ ਦੀ। ਨੀਟ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ ਦੀ ਮੁੜ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਮੈਡੀਕਲ ਕਾਲਜਾਂ ਦੇ ਵਿੱਚ ਦਾਖਲੇ ਦੇ ਲਈ ਦੇਸ਼ ਦੀ ਸਭ ਤੋਂ ਵੱਡੀ ਦਾਖਲਾ ਪ੍ਰੀਖਿਆ ਨੀਟ ਨੂੰ ਰੱਦ ਕਰਨ ਤੋਂ ਬਾਅਦ ਲੱਖਾਂ ਵਿਦਿਆਰਥੀ ਨਿਰਾਸ਼ ਅਤੇ ਗੁੱਸੇ ਦੇ ਵਿੱਚ ਸਨ। ਤਾਂ ਹੁਣ ਨੈਸ਼ਨਲ ਟੈਸਟਿੰਗ ਏਜੰਸੀ ਦੇ ਵੱਲੋਂ 21 ਜੂਨ ਨੂੰ ਮੁੜ ਤੋਂ ਨੀਟ ਦੀ ਪ੍ਰੀਖਿਆ ਕਰਵਾਈ ਜਾਵੇਗੀ। ਦਰਅਸਲ ਪਹਿਲਾਂ 2 ਮਈ ਨੂੰ ਹੋਈ ਸੀ, ਉਸ ਤੋਂ ਬਾਅਦ ਪੇਪਰ ਲੀਕ ਦਾ ਮਾਮਲਾ ਸਾਹਮਣੇ ਆਉਂਦਾ ਹੈ, ਫਿਰ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਦਰਅਸਲ 22,79,000 ਵਿਦਿਆਰਥੀਆਂ ਦੇ ਵੱਲੋਂ 2 ਮਈ ਨੂੰ ਨੀਟ ਦਾ ਐਗਜ਼ਾਮ ਦਿੱਤਾ ਗਿਆ ਸੀ। ਇਸ ਮੁੱਦੇ ਤੇ ਹੁਣ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਐਨਟੀਏ ਨੂੰ ਘੇਰਿਆ ਜਾ ਰਿਹਾ, ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਹੈ। ਚਾਹੇ ਉਹ ਸਾਲ 2021 ਦੀ ਗੱਲ ਹੋਵੇ, 2024 ਦੀ ਗੱਲ ਹੋਵੇ, 2015 2016 ਦੇ ਵਿੱਚ। ਤੇ ਵੱਡਾ ਸਵਾਲ ਹੈ ਕਿ ਆਖਿਰਕਾਰ ਕਿਉਂ ਰੂਟੀਨ ਦੇ ਵਿੱਚ ਇਸ ਤਰੀਕੇ ਦੇ ਨਾਲ ਹਰ ਵਾਰ ਨੀਟ ਦਾ ਪੇਪਰ ਹੀ ਲੀਕ ਹੁੰਦਾ ਹੈ, ਕਿਉਂਕਿ ਸਿੱਧੇ ਤੌਰ ਤੇ ਇਹ ਮਸਲਾ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਹੈ। ਖੈਰ ਹੁਣ ਨੈਸ਼ਨਲ ਟੈਸਟਿੰਗ ਏਜੰਸੀ ਦੇ ਵੱਲੋਂ 21 ਜੂਨ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਗਿਆ, ਜਦੋਂ ਕਿ ਨੀਟ ਦੀ ਮੁੜ ਤੋਂ ਪ੍ਰੀਖਿਆ ਲਈ ਜਾਵੇਗੀ। नीट पेपर दी नवी तरीक का ऐलान। 21 जून नूं होवेगा नीट का एग्जाम। 15 मिनट वधाया गया पेपर का समा। अगले साल तो ऑनलाइन होवेगा एग्जाम। ਲੱਖਾਂ ਵਿਦਿਆਰਥੀਆਂ ਜਿਨ੍ਹਾਂ ਨੇ 3 ਮਈ ਨੂੰ ਪੇਪਰ ਦਿੱਤਾ, ਪਰ ਪੇਪਰ ਲੀਕ ਹੋਣ ਤੋਂ ਬਾਅਦ ਪੇਪਰ ਰੱਦ ਕਰ ਦਿੱਤਾ ਗਿਆ, ਜਿਸ ਤੇ ਵਿਦਿਆਰਥੀਆਂ ਦੇ ਵੱਲੋਂ ਲਗਾਤਾਰ ਰੋਸ ਜ਼ਾਹਿਰ ਕੀਤਾ ਜਾ ਰਿਹਾ ਸੀ ਅਤੇ ਮੁਲਜ਼ਮਾਂ ਦੇ ਖਿਲਾਫ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਨੀਟ ਪੇਪਰ ਲੀਕ ਹੋਣ ਤੇ ਸਿਆਸਤ ਵੀ ਖੂਬ ਗਰਮਾਈ। ਵਿਰੋਧੀਆਂ ਨੇ ਬੀਜੇਪੀ ਨੂੰ ਇਸ ਮੁੱਦੇ ਤੇ ਘੇਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਹਾਲਾਂਕਿ तमाम ਵਿਵਾਦ ਦੇ ਵਿਚਾਲੇ ਭਾਰਤ ਸਰਕਾਰ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਨੀਟ ਯੂਜੀ 2026 ਦੀ ਪ੍ਰੀਖਿਆ 21 ਜੂਨ ਨੂੰ ਦੁਬਾਰਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਪੇਪਰ ਲੀਕ ਦੇ ਮਾਮਲੇ ਨੂੰ ਰੋਕਣ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਅਤੇ अगले साल तो नीट का एग्जाम ऑनलाइन होवेगा। 3 मई को एग्जामिनेशन हुई। 7 मई तक एनटीए की ग्रीवेंस रिड्यूसल सिस्टम पे कहीं से आपत्ति आई। गेस्ट पेपर में ऐसे कुछ प्रश्न आए हैं जो इस बार की क्वेश्चन सेट्स में था। तुरंत ही हम लोगों की वहाँ चर्चा हुई। एनटीए ने और सरकार ने, एजुकेशन डिपार्टमेंट, हायर एजुकेशन डिपार्टमेंट ने तुरंत उसको प्रारंभिक थोड़ा इंक्वायरी किया, एजेंसियों को दे दिया, भारत सरकार की एजेंसियों को दे दिया। भारत सरकार एजेंसी संबंधित 2-3 राज्यों के साथ जुड़ा हुआ विषय था। प्रथम दृष्टिया में राज्यों की एजेंसियों से संपर्क किया और 12 तारीख तक, यानी 8 को सुबह प्रक्रिया एक प्रकार से 7 रात को शुरू हुई, 8 को ही शुरू हुई। 8, 9, 10, 11 3-4 दिन में जब हमको स्पष्टता हुई, हम कन्फर्म हुए हैं कि इस बार गेस्ट पेपर की आड़ पे क्वेश्चंस बाहर गया है। हम 12 तारीख को छात्रों के हितों में हम नहीं चाहते थे कोई गलत कैंडिडेट, एजुकेशन माफियाओं के षड्यंत्र से कोई भी सही छात्र की अधिकार वंचित हो जाए। इसीलिए हम बड़ी जिम्मेवारी के साथ हमने कहा था, हम 0 टॉलरेंस की अप्रोच में चलते हैं। इसीलिए हमने पहला हमारे निर्णय हुआ कि हम परीक्षा को इस बार रद्द करते हैं। हमने 12 तारीख को परीक्षा को रद्द किया। सीबीआई गहरा तक जाएगी, किसी को इस बार बख्शा नहीं जाएगा। पिछले बार भी बख्शा नहीं गया था, लेकिन इस बार ये मैंने कहा ना, इसकी राधाकृष्ण कमेटी को पूरा लागू करने के बावजूद भी ये घटना हुई है। सीबीआई, आपने देखा होगा, आप लोग ही छपाते हो, सीबीआई ने तुरंत कार्रवाई किया है। सीबीआई इसको तह तक जाएगी। मैं और एक विषय, जो मेन विषय में कहना था, अगले साल से परीक्षा, इसकी जो मूल जड़ है OMR, अगले साल से नीट की परीक्षा कंप्यूटर बेस्ड टेस्ट से हो। 3 ਮਈ ਨੂੰ ਪ੍ਰੀਖਿਆ ਹੋਈ ਅਤੇ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਗਈ। ਨਵੀਂ ਤਰੀਕ ਐਗਜ਼ਾਮ ਦੀ 21 ਜੂਨ ਰੱਖੀ ਹੈ। ਇਸ ਪ੍ਰੀਖਿਆ ਦੇ ਵਿੱਚ 22,79,000 ਵਿਦਿਆਰਥੀ ਬੈਠੇ ਸਨ। ਹਾਲਾਂਕਿ ਹੁਣ ਇਹ ਰੱਦ ਹੋਇਆ ਐਗਜ਼ਾਮ 21 ਜੂਨ ਨੂੰ ਹੋਵੇਗਾ। ਇਸ ਵਾਸਤੇ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ, ਨਾ ਹੀ ਵਿਦਿਆਰਥੀਆਂ ਨੂੰ ਦੁਬਾਰਾ ਅਪਲਾਈ ਕਰਨ ਦੀ ਜ਼ਰੂਰਤ ਹੈ। ਕੋਈ ਵਾਧੂ ਫੀਸ ਵੀ ਨਹੀਂ ਦੇਣੀ ਹੋਵੇਗੀ। ਪ੍ਰੀਖਿਆ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ ਅਤੇ ਨਵੇਂ ਐਡਮਿਟ ਕਾਰਡ ਜਲਦ ਜਾਰੀ ਕੀਤੇ ਜਾਣਗੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਪੇਪਰ ਰੱਦ ਕਿਉਂ ਹੋਇਆ।
ਕੇਰਲ ਦੇ ਵਿੱਚ MBBS ਕਰ ਰਹੇ ਵਿਦਿਆਰਥੀਆਂ ਨੇ ਸਿੱਕਰ ਦੇ ਵਿੱਚ ਪਿਤਾ ਨੂੰ ਮੋਬਾਈਲ ਤੇ 2 ਮਈ ਨੂੰ ਗੈਸ ਪੇਪਰ ਭੇਜਿਆ। ਮੈਸੇਜ ਦੇ ਵਿੱਚ ਲਿਖਿਆ ਸੀ ਆਪਣੇ ਹੋਸਟਲ ਦੀਆਂ ਕੁੜੀਆਂ ਨੂੰ ਇਹ ਪੇਪਰ ਦੇ ਦੇਣਾ, ਇਹੀ ਪੇਪਰ ਕੱਲ ਆਵੇਗਾ। ਪੀਜੀ ਹੋਸਟਲ ਸੰਚਾਲਕ ਨੇ ਸਵੇਰੇ ਯਾਨੀ ਕਿ 3 ਮਈ ਨੂੰ ਗੈਸ ਪੇਪਰ ਕੁੜੀਆਂ ਨੂੰ ਦਿੱਤਾ। ਪੀਜੀ ਹੋਸਟਲ ਸੰਚਾਲਕ ਨੇ ਇੱਕ ਕੋਚਿੰਗ ਵਾਲੇ ਗੈਸ ਪੇਪਰ ਦਿਖਾ ਕੇ ਪੁੱਛਿਆ ਕਿੰਨੇ ਸਵਾਲ ਹੂਬਹੂ ਨੇ। ਦਾਵਾ ਕਿ ਨੀਟ ਪੇਪਰ ਦੇ ਬਾਇਓਲੋਜੀ ਦੇ ਸਾਰੇ 90 ਸਵਾਲ 200 ਪ੍ਰਸ਼ਨ ਦੇ ਗੈਸ ਪੇਪਰ ਦੇ ਵਿੱਚ ਸੀ। ਦਾਵਾ ਹੈ ਕਿ ਨੀਟ ਪੇਪਰ ਦੇ ਕੈਮਿਸਟਰੀ ਦੇ ਸਾਰੇ 45 ਸਵਾਲ 81 ਪ੍ਰਸ਼ਨ ਦੇ ਗੈਸ ਪੇਪਰ ਦੇ ਵਿੱਚ ਸਨ। ਦਾਵਾ ਇਹ ਵੀ ਹੈ ਕਿ ਕੈਮਿਸਟਰੀ ਦੇ ਸਾਰੇ 45 ਗੈਸ ਪੇਪਰ ਦੇ ਵਿੱਚ ਬਿਨਾਂ ਕੋਮਾ ਫੁੱਲ ਸਟਾਪ ਦੇ ਉਹੀ ਸਨ। ਉੱਥੇ ਹੀ ਜੇਕਰ ਪੂਰੀ ਟਾਈਮਲਾਈਨ ਤੇ ਨਜ਼ਰ ਮਾਰੀਏ ਤਾਂ 1 ਮਈ ਕੇਰਲ ਤੋਂ ਰਾਜਸਥਾਨ ਗੈਸ ਪੇਪਰ ਭੇਜਿਆ ਗਿਆ। ਕੇਰਲ ਦੇ ਇੱਕ ਕਾਲਜ ਦੇ ਵਿੱਚ MBBS ਕਰ ਰਹੇ ਲੜਕੇ ਨੇ ਗੈਸ ਪੇਪਰ ਸੀਕਰ ਦੇ ਵਿੱਚ ਆਪਣੇ ਦੋਸਤ ਨੂੰ ਭੇਜਿਆ। 2 ਮਈ ਰਾਜਸਥਾਨ ਦੇ ਵਿੱਚ ਪੇਪਰ ਸ਼ੇਅਰ ਹੋਇਆ। ਦੋਸਤ ਨੇ ਕੁਐਸਚਨ ਬੈਂਕ ਸੀਕਰ ਦੇ ਇੱਕ ਪੀਜੀ ਸੰਚਾਲਕ ਨੂੰ ਦਿੱਤਾ। ਪੀਜੀ ਦੇ ਵਿੱਚ ਰਹਿੰਦੇ ਵਿਦਿਆਰਥੀਆਂ ਨਾਲ ਇਹ ਕੁਐਸਚਨ ਬੈਂਕ ਸਾਂਝਾ ਕੀਤਾ ਗਿਆ, ਜਿਸ ਤੋਂ ਬਾਅਦ ਇੱਕ ਹੋਰ ਵਿਦਿਆਰਥੀਆਂ ਅਤੇ ਕੈਰੀਅਰ ਕਾਉਂਸਲਰ ਤੱਕ ਪਹੁੰਚਿਆ ਅਤੇ ਇਸ ਤਰ੍ਹਾਂ ਇਹ ਲਗਾਤਾਰ ਫੈਲਦਾ ਗਿਆ। 3 ਮਈ ਨੂੰ ਪੀਜੀ ਸੰਚਾਲਕ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ। ਪ੍ਰੀਖਿਆ ਹੋਣ ਤੋਂ ਬਾਅਦ ਸੀਕਰ ਦੇ ਇੱਕ ਪੀਜੀ ਸੰਚਾਲਕ ਨੇ ਉਦਯੋਗ ਨਗਰ ਥਾਣੇ ਦੇ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਸ਼ਿਕਾਇਤ ਕੀਤੀ ਅਤੇ ਕਥਿਤ ਕੁਐਸਚਨ ਬੈਂਕ ਦੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਪਹੁੰਚਾਉਣ ਦੀ ਜਾਣਕਾਰੀ ਦਿੱਤੀ। 6 ਅਤੇ 7 ਮਈ ਨੂੰ ਪੇਪਰ ਦੇ ਨਾਲ ਜੁੜੀਆਂ ਆਨਲਾਈਨ ਚੈਟਸ ਵਾਇਰਲ ਹੋਈਆਂ। ਆਨਸਰ ਕੀ ਅਤੇ ਪ੍ਰੀਖਿਆ ਨਾਲ ਸੰਬੰਧਿਤ ਚਰਚਾਵਾਂ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਵਿਦਿਆਰਥੀਆਂ ਅਤੇ ਕੋਚਿੰਗ ਸੈਂਟਰਾਂ ਦੇ ਵਿੱਚ ਇੱਕ ਕਥਿਤ ਕੁਐਸਚਨ ਬੈਂਕ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ, ਜੋ ਕਥਿਤ ਤੌਰ ਤੇ ਅਸਲੀ ਪੇਪਰ ਦੇ ਨਾਲ ਕਾਫੀ ਮਿਲਦੀ ਜੁਲਦੀ ਸੀ। 7 ਮਈ NTA ਨੇ ਗੜਬੜੀ ਦੀ ਪੁਸ਼ਟੀ ਕੀਤੀ। ਨੈਸ਼ਨਲ ਟੈਸਟਿੰਗ ਏਜੰਸੀ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਪ੍ਰੀਖਿਆ ਤੋਂ 4 ਦਿਨ ਬਾਅਦ ਯਾਨੀ ਕਿ 7 ਮਈ ਨੂੰ ਕਥਿਤ ਗੜਬੜੀਆਂ ਬਾਰੇ ਜਾਣਕਾਰੀ ਮਿਲੀ ਸੀ। ਏਜੰਸੀ ਨੇ ਦੱਸਿਆ ਕਿ ਮਾਮਲਾ ਰਾਜਸਥਾਨ ਅਤੇ ਉੱਤਰਾਖੰਡ ਤੋਂ ਸਾਹਮਣੇ ਆਇਆ। 8 ਮਈ ਨੂੰ NTA ਨੇ ਜਾਂਚ ਕੇਂਦਰੀ ਏਜੰਸੀਆਂ ਨੂੰ ਸੌਂਪ ਦਿੱਤੀ ਅਤੇ 12 ਮਈ ਨੂੰ 13 ਲੋਕ ਗ੍ਰਿਫਤਾਰ ਕੀਤੇ ਗਏ। ਫੜੇ ਗਏ ਮੁਲਜ਼ਮਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਤੋਂ 3 ਮੁਲਜ਼ਮ ਮਾਂਗੀ ਲਾਲ ਬਿਨਵਾਲ, ਦਿਨੇਸ਼ ਬਿਨਵਾਲ ਅਤੇ ਵਿਕਾਸ ਬਿਨਵਾਲ ਨੇ। ਅਗਰ ਉੱਥੇ ਹੀ ਮਹਾਰਾਸ਼ਟਰ ਤੋਂ 3 ਫੜੇ ਗਏ ਮੁਲਜ਼ਮਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਸ਼ੁਭਮ ਖੈਰਨਾਰ, ਧਨੰਜੇ ਲੋਖੰਡੇ, ਮਨੀਸ਼ਾ ਵਾਗਮਰੇ ਹੈ। ਇਹਨਾਂ ਤੋਂ ਇਲਾਵਾ ਇੱਕ ਹਰਿਆਣਾ ਤੋਂ ਵੀ ਮੁਲਜ਼ਮ ਯਸ਼ ਯਾਦਵ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਬੇਸ਼ੱਕ 21 ਜੂਨ ਨੂੰ ਪੇਪਰ ਹੋਵੇਗਾ, ਪਰ ਵੱਡਾ ਸਵਾਲ ਆਖਿਰਕਾਰ ਕਦੋਂ ਪੇਪਰ ਲੀਕ ਹੋਣ ਦੇ ਮਾਮਲੇ ਰੁਕਣਗੇ, ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪੇਪਰ ਲੀਕ ਹੁੰਦੇ ਰਹੇ ਨੇ ਅਤੇ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਦੀਆਂ ਕੋਸ਼ਿਸ਼ਾਂ ਹੋਈਆਂ। ਸਵਾਲ ਕਦੋਂ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।